स्टूडेंट्स बेटा अपनी यूनिट 4 चल रही है कैमिकल किनेटिक्स होप सो ਤੁਹਾਨੂੰ कैमिकल किनेटिक्स ਦੀ डेफिनेशन क्लीयर हो गई होनी है तो देखो कैमिकल किनेटिक्स ਹੁੰਦੀ ਕੀ ਹੈ इट इज द ब्रांच ऑफ केमिस्ट्री इट इज द ब्रांच ऑफ केमिस्ट्री which deals with the rate of reaction rate means ਕੀ ਦੱਸਿਆ ਸੀ ਬੇਟਾ ਤੁਹਾਨੂੰ it is the speed of reaction next factors influencing the rate of reaction ਕਿ ਕਿਹੜੇ-ਕਿਹੜੇ ਫੈਕਟਰਸ ਨੇ ਜਿਹੜੇ ਕਿਸੇ ਰਿਐਕਸ਼ਨ ਦੀ ਸਪੀਡ ਨੂੰ ਅਫੈਕਟ ਕਰਦੇ ਨੇ ਹੋਪ ਸੋ ਤੁਹਾਨੂੰ ਯਾਦ ਹੋਣਗੇ ਮੈਂ ਤੁਹਾਨੂੰ ਟੋਟਲ 7 ਪੁਆਇੰਟਸ ਕਰਵਾਏ ਸੀਗੇ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ temperature pressure catalyst exposure to radiations and concentration of reactants ठीक है वैसे ਜਾਂ ਸਰਫੇਸ ਏਰੀਆ ਤੇ ਇਹ ਸਾਰੇ ਫੈਕਟਰਸ ਨੇ ਜਿਹੜੇ ਕਿਸੇ ਵੀ ਰਿਐਕਸ਼ਨ ਦੀ ਸਪੀਡ ਨੂੰ ਇਨਹਾਂਸ ਕਰ ਸਕਦੇ ਨੇ ਜਾਂ ਫਿਰ ਕੀ ਕਰ ਸਕਦੇ ਨੇ ਡਿਕਰੀਜ਼ ਓਕੇ ਨੈਕਸਟ ਆਪਣਾ ਥਰਡ ਪੁਆਇੰਟ ਰਹਿ ਗਿਆ ਬੇਟਾ ਪੈਂਡਿੰਗ that is the mechanism of reaction by which it proceeds ਠੀਕ ਹੈ ਕਿ ਕਿਸੇ ਵੀ ਕੋਈ ਵੀ ਜਿਹੜੀ ਰਿਐਕਸ਼ਨ ਆ ਉਹ ਕਿਹੜੇ-ਕਿਹੜੇ ਸਟੈਪਸ ਦੇ ਥਰੂ ਹੁੰਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਨੇ ਮੈਕੈਨਿਜ਼ਮ ਕਹਿੰਦੇ ਨੇ ਆ ਤਾਂ ਮੈਕੈਨਿਜ਼ਮ ਤੁਸੀਂ ਇਹ ਸੁਣਿਆ ਹੋਊਗਾ ਵਰਡ +1 ਦੇ ਵਿੱਚ ਵੀ ਕਾਫੀ ਫੇਮਸ ਆਰਗੈਨਿਕ ਦੇ ਵਿੱਚ ਪੜ੍ਹ ਕੇ ਆਏ ਹੋ ਤਾਂ ਇੱਥੇ ਵੀ ਆਪਾਂ ਕੈਮੀਕਲ ਕਿਨੈਟਿਕਸ ਬੇਸਿਕਲੀ ਰਿਐਕਸ਼ਨਸ ਦੇ ਨਾਲ ਡੀਲ ਕਰਦੇ ਹਾਂ ਤਾਂ ਇੱਥੇ ਵੀ ਤੁਹਾਨੂੰ ਮੈਕੈਨਿਜ਼ਮ ਬਾਰੇ ਪਤਾ ਹੋਣਾ ਚਾਹੀਦਾ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਵਰਡ ਮੈਕੈਨਿਜ਼ਮ ਆਉਂਦਾ ਤਾਂ ਤੁਹਾਡੇ ਮਾਈਂਡ ਦੇ ਵਿੱਚ ਕੀ ਆਉਣਾ ਚਾਹੀਦਾ ਕਿ ਸਟੈਪਸ ਮੈਕੈਨਿਜ਼ਮ ਮੀਨਸ ਕੀ ਹੋਊਗਾ ਸਟੈਪਸ by which the reaction occurs steps by which the reaction occurs ਤਾਂ ਅਗਰ ਤੁਸੀਂ ਸਟੈਪਸ ਪਤਾ ਕਰਨੇ ਨੇ ਵੀ ਰਿਐਕਸ਼ਨ ਕਿਹੜੇ-ਕਿਹੜੇ ਸਟੈਪਸ ਦੇ ਥਰੂ ਹੋ ਰਹੀ ਹੈ ਜਾਂ ਕਿਹੜੇ-ਕਿਹੜੇ ਪਾਥ ਦੇ ਥਰੂ ਹੋ ਰਹੀ ਆ ਠੀਕ ਹੈ ਉਹਨੂੰ ਆਪਾਂ ਕੀ ਕਹਾਂਗੇ ਮੈਕੈਨਿਜ਼ਮ ਅਗਰ ਤੁਸੀਂ ਫਾਈਂਡ ਆਊਟ ਕਰਨਾ ਤਾਂ ਉਹਦੇ ਵਾਸਤੇ ਤੁਹਾਨੂੰ ਸਿੰਪਲ ਜਿਹੇ ਟੌਪਿਕ ਪਹਿਲਾਂ ਕਲੀਅਰ ਹੋਣੇ ਚਾਹੀਦੇ ਨੇ ਲਾਈਕ ਸੇ ਐਗਜ਼ਾਮਪਲ ਸਭ ਤੋਂ ਪਹਿਲਾ ਟੌਪਿਕ ਬੇਟਾ ਆਪਾਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ that is the molecularity of reaction molecularity of reaction molecularity of reaction तो फर्स्ट ऑफ ऑल molecularity ਹੁੰਦੀ ਕੀ ਹੈਗੀ ਤੁਸੀਂ ਲਾਸਟ ਲੈਕਚਰ ਦੇ ਵਿੱਚ ਹੀ ਟੌਪਿਕ ਪੜਿਆ ਹੋਗਾ ਬੇਟਾ ਆਰਡਰ ਆਫ ਰਿਐਕਸ਼ਨ ਤਾਂ ਉਹਦੇ ਨਾਲ ਦਾ ਹੀ ਇੱਕ ਰਿਲੇਟਡ ਟੌਪਿਕ ਆ that is the molecularity of reaction ਤਾਂ ਪਹਿਲਾਂ ਪਤਾ ਹੋਣੀ ਚਾਹੀਦੀ ਹੈ molecularity ਹੁੰਦੀ ਕੀ ਹੈਗੀ ਦੇਖੋ ਪਹਿਲਾਂ ਮੈਂ ਇੱਕ ਸਿੰਪਲ ਜੀ ਐਗਜ਼ਾਮਪਲ ਲੈਣੀ ਆ ਫਿਰ ਇਹਦੀ ਡੈਫੀਨੇਸ਼ਨ ਕਲੀਅਰ ਕਰਵਾਉਂਗੀ ਐਗਜ਼ਾਮਪਲ ਹੈਗਾ ਲਾਈਕ ਸੇ ਐਗਜ਼ਾਮਪਲ ਕੋਈ ਵੀ ਰਿਐਕਸ਼ਨ ਪ੍ਰੋਸੀਡ ਹੋ ਰਹੀ ਹੈ ਜਿਸ ਵਿੱਚ A plus B it combines to form the C means A ਤੇ B ਆਪਣੇ ਕੋਲ ਕੀ ਨੇਗੇ ਰਿਐਕਟੈਂਟਸ ਤੇ ਕੰਬਾਈਨ ਹੋ ਕੇ ਆਪਣੇ ਕੋਲ ਕੀ ਬਣ ਕੇ ਆ ਰਹੇ ਨੇ ਬੇਟਾ ਇਹ ਪ੍ਰੋਡਕਟਸ ਸੀ ਕੀ ਹੈਗੇ ਪੁੱਤਰ ਆਪਣੇ ਕੋਲ ਪ੍ਰੋਡਕਟਸ ਤੇ ਦੇਖੋ ਹੁਣ ਇਹ ਰਿਐਕਸ਼ਨ ਦੇ ਵਿੱਚ ਰਿਐਕਟੈਂਟ ਕਿੰਨੇ ਨੇ ਦੋ ਰਿਐਕਟੈਂਟ ਨੇ ਨਾ ਤਾਂ ਦੋ ਰਿਐਕਟੈਂਟ A ਤੇ ਰਿਐਕਟੈਂਟ B ਠੀਕ ਹੈ ਆਪਸ ਦੇ ਵਿੱਚ ਕੋਲਾਈਡ ਹੁੰਦੇ ਨੇ ਤੇ ਕੋਲਾਈਡ ਹੋ ਕੇ ਕੀ ਦਿੰਦੇ ਨੇ ਆਪਾਂ ਨੂੰ ਇੱਥੇ ਪ੍ਰੋਡਕਟ ਦਿੰਦੇ ਨੇ C ठीक है A ਤੇ B ਰਿਐਕਟੈਂਟ ਕੋਲਾਈਡ ਹੋ ਕੇ ਸਾਈਮਲਟੇਨੀਅਸਲੀ ਮਤਲਬ ਇੱਕੋ ਸਮੇਂ ਦੇ ਉੱਤੇ A ਤੇ B ਆਪਸ ਦੇ ਵਿੱਚ ਕੋਲਾਈਡ ਕਰਦੇ ਨੇ ਤੇ ਆਪਣੇ ਕੋਲ ਪ੍ਰੋਡਕਟਸ ਬਣ ਕੇ ਆਉਂਦੇ ਨੇ C ਠੀਕ ਹੈ ਤਾਂ ਮੋਲੀਕੁਲੈਰਿਟੀ ਹੁੰਦੀ ਕੀ ਆ ਇਟ ਇਜ਼ ਦ ਜਸਟ ਨੰਬਰ ਆਫ ਰਿਐਕਟਿੰਗ ਸਪੀਸੀਜ਼ ਵਾਟ ਇਜ਼ ਦ ਮੋਲੀਕੁਲੈਰਿਟੀ ਇਟ ਇਜ਼ ਦ ਨੰਬਰ ਆਫ ਰਿਐਕਟਿੰਗ species which collide simultaneously to give products ਤਾਂ ਧਿਆਨ ਨਾਲ ਸਮਝੋ ਬੇਟਾ ਮੋਲੀਕੁਲੈਰਿਟੀ ਹੁੰਦੀ ਕੀ ਹੈਗੀ ਇੱਕ ਜਸਟ ਨੰਬਰ ਆ ਕਿੰਨਾ ਦਾ ਰਿਐਕਟਿੰਗ ਸਪੀਸੀਜ਼ ਦਾ ਮੋਲੀਕੁਲੈਰਿਟੀ ਕੀ ਹੈਗੀ ਇੱਕ ਨੰਬਰ ਕਿਸ ਦਾ ਰਿਐਕਟਿੰਗ ਸਪੀਸੀਜ਼ ਦਾ ਕਿ ਕਿੰਨੇ ਨੰਬਰ ਆਫ ਰਿਐਕਟੈਂਟ ਆਪਸ ਦੇ ਵਿੱਚ ਕੋਲਾਈਡ ਹੋ ਰਹੇ ਨੇ ਇੱਕੋ ਸਮੇਂ ਤੇ ਸਾਈਮਲਟੇਨੀਅਸਲੀ ਦਾ ਮੀਨਿੰਗ ਕੀ ਹੁੰਦਾ ਹੈ ਇੱਕ ਸੇਮ ਟਾਈਮ ਤੇ ਜਾਂ ਇੱਕੋ ਸਮੇਂ ਤੇ ਇੱਕੋ ਸਮੇਂ ਦੇ ਉੱਤੇ ਕਿੰਨੇ ਨੰਬਰ ਆਫ ਰਿਐਕਟੈਂਟ ਆਪਸ ਦੇ ਵਿੱਚ ਕੋਲਾਈਡ ਹੋ ਕੇ ਕੀ ਦੇ ਰਹੇ ਨੇ ਪ੍ਰੋਡਕਟਸ ਦੇ ਰਹੇ ਨੇ ਤਾਂ ਉਹਨੂੰ ਆਪਾਂ ਕੀ ਕਹਾਂਗੇ ਮੋਲੀਕੁਲੈਰਿਟੀ ਕਹਾਂਗੇ ਠੀਕ ਹੈ ਹੁਣ ਨੰਬਰ ਆਫ ਰਿਐਕਟਿੰਗ ਸਪੀਸੀਜ਼ ਦੇ ਬੇਸਿਸ ਉੱਤੇ ਮੋਲੀਕੁਲੈਰਿਟੀ ਨੂੰ ਆਪਾਂ ਅੱਗੇ ਡਿਵਾਈਡ ਕਰ ਦਿੰਦੇ ਆ 3 ਪਾਰਟਸ ਦੇ ਵਿੱਚ ਠੀਕ ਹੈ ਸਪੋਜ਼ ਮੰਨ ਲਓ ਆਪਣੇ ਕੋਲ ਕੀ ਹੈਗੀ ਇੱਕ ਰਿਐਕਟੈਂਟ ਆ A it gives the B अगर अपने को नंबर ऑफ रिएक्टिंग स्पीसीज 1 होवे नंबर ऑफ रिएक्टिंग स्पीसीज नंबर ऑफ रिएक्टिंग स्पीसीज मतलब इत्थे तुसी की कह सकदे हो रिएक्टेंट भी कह सकदे हो की कह सकदे हो बेटा रिएक्टेंट तो देखो किन्ने नंबर ऑफ रिएक्टेंट ने इत्थे अपने कोले 1 तो अगर एक रिएक्टेंट आ ਜਾਂ नंबर ऑफ रिएक्टिंग स्पीसीज 1 आ ਤਾਂ ਉਸ ਦੀਆਂ ਰਿਐਕਸ਼ਨਸ ਨੂੰ ਆਪਾਂ ਕੀ ਕਹਾਂਗੇ यूनिमोलिकुलर रिएक्शंस की कहांगे पुत्र यूनिमोलिकुलर रिएक्शंस तो यूनि वर्ड ਦਾ ਮੀਨਿੰਗ ਕੀ ਹੁੰਦਾ 1
ठीक है। तो जिस दे विच एक नंबर ऑफ रिएक्टिंग स्पीसीज होवे तो उन्हां नूं आपां की कहांगे यूनीमोलिकुलर रिएक्शंस। ओके, उस तो बाद हुण नैक्सट देखो, अगर अपने कोल दो नंबर ऑफ रिएक्टिंग स्पीसीज होण, टू नंबर ऑफ रिएक्टिंग स्पीसीज, तां किहड़ियां हो सकदियां ने? इफ वी हैव like say example A plus B, it gives the C. How many number of reacting species? 2. Okay, तो अगर two number of reacting species ने, two number of reacting species, two number of reacting species, ਤਾਂ ऐदां दी रिएक्शंस ਨੂੰ ਆਪਾਂ ਕੀ ਕਹਾਂਗੇ ਬੇਟਾ? Bimolecular reactions. That is called the bimolecular reactions. Bimolecular reactions. Bi means ਕੀ ਹੁੰਦਾ ਪੁੱਤਰ? two. ਤੇ ਜਿਹੜੀਆਂ ਰਿਐਕਟਿੰਗ ਸਪੀਸੀਜ਼, ਜਿਹੜੇ ਰਿਐਕਟੈਂਟਸ ਜਾਂ ਜਿਹੜੀ ਰਿਐਕਸ਼ਨ ਦੇ ਵਿੱਚ ਨੰਬਰ ਆਫ ਰਿਐਕਟੈਂਟਸ ਦੋ ਹੋਣ ਜਾਂ ਦੋ ਰਿਐਕਟਿੰਗ ਸਪੀਸੀਜ਼ ਹੋਣ, ਉਹ ਰਿਐਕਸ਼ਨਸ ਨੂੰ ਆਪਾਂ ਕੀ ਕਹਾਂਗੇ? ਬਾਈਮੋਲੀਕੂਲਰ ਰਿਐਕਸ਼ਨਸ। ਠੀਕ ਆ। ਅਗਰ ਆਪਾਂ ਥਰਡ ਦੀ ਗੱਲ ਕਰੀਏ, ਇਹ ਆਪਣੀ ਕੋਲ ਸੈਕੰਡ ਕੈਟਾਗਰੀ ਸੀਗੀ। ਥਰਡ ਦੀ ਗੱਲ ਕਰੀਏ, ਸਪੋਜ਼ ਆਪਣੇ ਕੋਲ A plus 2B, it gives the C. ਤਾਂ 2B plus A ਕਿੰਨਾ ਹੋ ਗਏ? ਇਹ ਰਿਐਕਟੈਂਟਸ 3 ਰਿਐਕਟੈਂਟ ਹੋ ਗਏ। ਠੀਕ ਆ। अगर 3 रिएक्टेंट आ रहे ने तो अपने को नंबर ऑफ रिएक्टिंग स्पीसीज कितनी ने? 3। तो ਇਹੋ ਜਿਹੀ ਰਿਐਕਸ਼ਨਸ ਨੂੰ ਆਪਾਂ ਕੀ ਕਹਾਂਗੇ? ਟਰਾਈ ਮੋਲੀਕੂਲਰ ਰਿਐਕਸ਼ਨਸ। ਟਰਾਈ ਮੋਲੀਕੂਲਰ ਰਿਐਕਸ਼ਨਸ। ਤਾਂ ਮੋਲੀਕੂਲੈਰਿਟੀ ਦੁਆਰਾ ਫੇਰ ਸਮਝੋ ਧਿਆਨ ਨਾਲ, ਮੋਲੀਕੂਲੈਰਿਟੀ ਕੀ ਹੈਗੀ? ਇਟ ਇਜ਼ ਦ ਜਸਟ ਨੰਬਰ ਆਫ ਰਿਐਕਟਿੰਗ स्पीसीज। अगर तुहानू मॉलिक्यूलैरिटी बारे कोई भी पूछे, ठीक है, तो तुसी की कहना? इट इज द जस्ट नंबर ऑफ रिएक्टिंग स्पीसीज। then ਹੁਣੇ ਜਿਹੜੇ ਨੰਬਰ ਆਫ ਰਿਐਕਟਿੰਗ ਸਪੀਸੀਜ਼ ਨੇ, ਇਹ ਰਿਐਕਟੈਂਟਸ ਕੀ ਹੋ ਸਕਦੇ ਨੇ? ਕੋਈ ਵੀ ਮੋਲੀਕਿਊਲਸ ਹੋ ਸਕਦੇ ਨੇ ਬੇਟਾ, ਮੋਲੀਕਿਊਲਸ, ਜਾਂ ਫਿਰ ਐਟਮਸ ਵੀ ਹੋ ਸਕਦੇ ਨੇ, ਜਾਂ ਫਿਰ ਇਹ ਆਇਨਸ ਵੀ ਹੋ ਸਕਦੇ ਨੇ। ਠੀਕ ਹੈ। ਇਟ ਇਜ਼ ਅ ਜਸਟ ਨੰਬਰ ਆਫ ਰਿਐਕਟਿੰਗ ਸਪੀਸੀਜ਼ ਵਿਚ ਕੋਲਾਈਡ ਸਾਈਮਲਟੇਨੀਅਸਲੀ। ਠੀਕ ਹੈ, ਇਹ ਵਰਡ ਵੀ ਨਾਲ ਯਾਦ ਰੱਖਣਾ ਤੁਸੀਂ ਨੇ, ਵਿਚ ਕੋਲਾਈਡ ਸਾਈਮਲਟੇਨੀਅਸਲੀ, ਜਿਹੜੇ ਇੱਕੋ ਸਮੇਂ ਦੇ ਉੱਤੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਟਕਰਾਉਂਦੇ ਨੇ। ਵਿਚ ਕੋਲਾਈਡ ਸਾਈਮਲਟੇਨੀਅਸਲੀ, ਸਾਈਮਲਟੇਨੀਅਸਲੀ ਟੂ ਗਿਵ ਦ ਪ੍ਰੋਡਕਟਸ, ਟੂ ਗਿਵ ਦ ਪ੍ਰੋਡਕਟਸ। ਯਾਦ ਹੋ ਗਈ, ਲਰਨ ਹੋ ਗਈ ਬੇਟਾ डेफिनेशन मॉलिक्यूलैरिटी दी। तो दोबारा फिर देखो, मॉलिक्यूलैरिटी की हुंदी है नंबर ऑफ रिएक्टिंग स्पीसीज विच कोलाइड साइमल्टेनियसली टू गिव द प्रोडक्ट, दैट इज कॉल्ड द मॉलिक्यूलैरिटी। अगर एक रिएक्टेंट है तो आप यूनीमोलिकुलर कहांगे, दो ने अपने को बाईमोलिकुलर, अगर 3 ने तो आप की कहांगे ट्राईमोलिकुलर। ओके बेटा, तो ये सीगे अपने को मॉलिक्यूलैरिटी के बेसिस उत्ते रिएक्शंस। ठीक है। तो हुण देखो एग्जांपल मैं तुहानूं इत्थे दस दिआंगी, मैं 3 एग्जांपल्स दिंदी हां। एग्जांपल ए दे विच अपने कोल डिकंपोजिशन आ रही है H2O2 दी, इट फॉर्म्स द H2O प्लस हाफ ऑफ O2। ठीक है। सेकंड एग्जांपल लिख दिए मैं बेटा, सेकंड एग्जांपल दे विच की आ रहा है 2NO प्लस O2, इट गिव्स द 2NO2। देन उस बाद में थर्ड एग्जांपल लिख दिया पुत्र, थर्ड एग्जांपल C। तो इस दे विच देखो की आ रहा है अपने को 2HI, इट गिव्स द H2 प्लस I2। ठीक है। तो हुण तुसीं A B C 3 रिएक्शंस मैं लिखिया ने, इन्हां दे विच तुसीं किहड़ी यूनीमोलिकुलर रिएक्शन आ, किहड़ी बाईमोलिकुलर रिएक्शन आ, ठीक है, जां फिर किहड़ी ट्राईमोलिकुलर रिएक्शन आ, वो तुसीं मैनूं कमेंट बॉक्स दे विच लिख के दसना भी A रिएक्शन की हैगी, बाई, ट्राई जां यूनी, B दा की आंसर आ, C दा की आंसर आ। ओके बेटा, तो ये रिएक्शंस नूं देख के तुसीं मैनूं आंसर इहदा दसना बेटा, रिप्लाई करना इस आंसर भी किहड़ी यूनीमोलिकुलर आ, बाईमोलिकुलर किहड़ी है ते ट्राईमोलिकुलर किहड़ी आ। ओके स्टूडेंट्स, देन उस तो बाद नैक्सट देखो जी, हुण आपां की कह सकते हैं कि जिद्दां यूनीमोलिकुलर रिएक्शंस हुंदियां ने, बाईमोलिकुलर रिएक्शंस हुंदियां ने, ट्राई हुंदियां ने। ठीक है। तो उदां ही सेम पुत्र अपने कोले टैट्रामोलिकुलर, पेंटामोलिकुलर जां फिर हेक्सामोलिकुलर रिएक्शंस भी होनियां चाहिदियां ने। ठीक है। जां फिर अपने कोले हेक्सामोलिकुलर रिएक्शंस भी होनी चाहिए ने। बट एक्चुअली अपने को यूनीमोलिकुलर ते बाईमोलिकुलर रिएक्शंस कॉमनली एग्जिस्ट करदियां ने। ठीक है। बट जिहड़ी ट्राईमोलिकुलर रिएक्शंस ने ये बहुत रेयर एग्जिस्ट करदियां ने। ठीक है। टैट्रा, पेंटा ते हेक्सामोलिकुलर रिएक्शंस तां हुंदियां ही नहीं हैगियां।
ठीक है, ध्यान ना समझो, बहुत ध्यान ना सुनने वाली गल है राजे, बहुत इंपॉर्टेंट है ये चीज। ये नाल ही थोड़ा मॉलिकुलैरिटी का कुछ बच्चों को मिसकनसैप्शन रहिंदी है तो उन्होंने क्लैरिटी नहीं होंदी कंसैप्ट की। जिहड़ी मैं चीज हुण दसन जा रही उन्होंने ध्यान ना समझो। देखो जिवें यूनीमोलिकुलर रिएक्शंस हुंदियां ने, बाईमोलिकुलर रिएक्शंस भी एग्जिस्ट करदियां ने, बट ट्राईमोलिकुलर रिएक्शंस रेयर हुंदियां ने, टैट्रा पेंटा हेक्सामोलिकुलर रिएक्शंस एग्जिस्ट नहीं करदियां। ठीक है, ते क्यों नहीं एग्जिस्ट करदियां, इहदे पिछे की रीजन आ? हुण देखो सपोज अपने को टैट्रामोलिकुलर रिएक्शंस ने, हुण टैट्रामोलिकुलर रिएक्शंस दे विच की होना कि जिस दे विच अपने को की होणगे बेटा रिएक्टेंट किन्ने होने ने 4। ठीक है, रिएक्टेंट मॉलिक्यूल्स किन्ने होणगे अपने को 4। ठीक है, सपोज अपने को कोई 4 रिएक्टेंट्स वाली रिएक्शन आ गई 2A + 2B, इट गिव्स द सपोज अपने को क्या आ रहेगा 4C। ठीक है, तो एक ही होगी टैट्रामोलिकुलर रिएक्शन, बट यह रिएक्शन एग्जिस्ट नहीं करती। हुण क्यों नहीं करती हैगी एग्जिस्ट? क्योंकि मॉलिकुलैरिटी मैं तुहानूं की दस्सिया सी भी की हुंदी, इट इज द जस्ट नंबर ऑफ रिएक्टिंग स्पीसीज, नंबर ऑफ रिएक्टिंग species which collide simultaneously, to give the product, which collide simultaneously to give the product। मतलब इत्थे नंबर ऑफ रिएक्टिंग स्पीसीज ने किन्ने 4। ठीक है, हुण जिहड़े 4 दे 4 रिएक्टेंट्स ने, A रिएक्टेंट्स 2 ने ते अपने कोल की ने B रिएक्टेंट्स की ने 2 ने। ठीक है, हुण ये 4 रिएक्टेंट ने ते चारे की करन कोलाइड करन, एक दूजे नाल टकराउण इक्को समय ते। ठीक है, विच कोलाइड साइमल्टेनियसली, ए आपस दे विच टकराउण, बी आपस दे विच टकराउण, ए बी आपस दे विच टकराउण, मतलब इक्को समय दे उत्ते चारे मॉलिक्यूल्स इकट्ठे कोलाइड करन। ठीक है, ਤਾਂ ਇਹ ਰਿਐਕਸ਼ਨ ਪ੍ਰੋਸੀਡ ਹੋਣੀ ਆ, ਬਟ ਬੇਟਾ ਚਾਰੇ ਮੋਲੀਕਿਊਲਸ ਦੀ ਇੱਕੋ ਟਾਈਮ ਦੇ ਉੱਤੇ ਕੋਲੀਜ਼ਨ ਪੋਸੀਬਲ ਨਹੀਂ ਹੁੰਦੀ। ਠੀਕ ਆ, ਹੁਣ ਸਪੋਜ਼ ਮੰਨ ਲਓ ਕਿ ਆਪਣੇ ਕੋਲੇ 4 कार्स ने। ठीक है, 4 अपने को की ने बेटा 4 की ने कार्स ने। हुण अगर 4 कार्स ने तो की चारे कारां सपोज जो कोई एक्सीडेंट वगैरह होंदा तो की चारे कारां इक्को टाइम दे उत्ते इक्को समय दे उत्ते एक दूजे नाल टकराउण दी किन्नी क प्रोबेबिलिटी है उन्हां दी? ठीक है, बहुत बहुत रेयर है ना। तो देखो 2 कार्स आपस दे विच सेम स्पीड दे नाल टकरा सकदे ने, इक्को टाइम दे उत्ते टकरा सकदे ने, उन्हां दी प्रोबेबिलिटी सब तो ज्यादा। बट 3 कार्स दी प्रोबेबिलिटी थोड़ी घट आ ते 4 कार्स दी प्रोबेबिलिटी उस तो भी घट आ कि चारे गड्डियां इक्को टाइम दे उत्ते इक्को समय दे उत्ते एक दूजे दे नाल टकरा जाण। ठीक है, बट ये चीज पॉसिबल नहीं ना हैगी। ठीक है, तो यही सेम रिएक्शंस दे विच हुंदा कि चारे मॉलिक्यूल्स ऐदां दी प्रोबेबिलिटी बहुत घट आ गई इक्को समय दे उत्ते चारे मॉलिक्यूल आपस दे विच टकरा के की दे देण, प्रोडक्ट दे देण। ठीक है, तो ये चीज नहीं पॉसिबल हैगी, तां करके अपने कोल सिर्फ जां तां एक रिएक्टेंट वाली रिएक्शन पॉसिबल आ, 2 रिएक्टेंट वाली रिएक्शन पॉसिबल आ, जां फिर वध तो वध 3 रिएक्टेंट वाली रिएक्शन पॉसिबल। ठीक है, तो हुण देखो इत्थों तक तुहानूं कंसैप्ट क्लीयर हो गया कि अपने कोल यूनीमोलिकुलर रिएक्शंस एग्जिस्ट करदियां ने, बाईमोलिकुलर रिएक्शंस एग्जिस्ट करदियां ने, ते अपने कोल होर किहड़ियां ट्राईमोलिकुलर रिएक्शंस एग्जिस्ट करदियां ने। ठीक है, बट टैट्रा पेंटा हैक्सा ये तो पॉसिबल ही नहीं हैगियां, एग्जिस्ट ही नहीं करदियां। क्लीयर इत्थे तक? हुण अगे दी कहानी समझो बेटा ध्यान नाल। हुण अगे देखो बहुत सारियां इहो जिहियां रिएक्शंस नेगियां। ठीक है, जिन्हां रिएक्शंस दे विच अपने कोल 10 12 जां 15 रिएक्टेंट भी हुंदे ने, पर वो रिएक्शन फिर भी हो जांदियां ने। ठीक है, हुण ये चीज सुनने वाली है ध्यान नाल। अगर तुसीं पूरी कंसंट्रेशन दे नाल लेक्चर सुन रहे हो तां तुहानूं कंसैप्ट क्लीयर होना। ठीक है, पूरा फोकस दे नाल। ठीक है जी, हुण देखो जी अगर अपने को रिएक्टेंट्स की ने सपोज मान लो एक मैं रिएक्शन की एग्जांपल देनी आ, 5 ब्रोमाइड आयंस ने। ठीक है, ते ब्रोमेट आयंस ने BrO3 नेगेटिव ते अपने को 6H पॉजिटिव ने। ठीक है बेटा, कि ने अपने को 6H पॉजिटिव, तो 5 ब्रोमाइड आयंस ने, then एक ब्रोमेट आयन ते एक की है 6H पॉजिटिव आयंस। इट कंबाइंस टू फॉर्म द 3 molecules of bromine and 3 molecules of water। तो हुण देखो ये रिएक्शन दे विच पहले तो रिएक्टेंट देखो किन्ने नंबर ऑफ रिएक्टेंट स्पीसीज ने। ये रिएक्शन बहुत ईजी हो जाती है, बहुत फास्ट हो जाती है ये रिएक्शन। ठीक है, जिथे अपने को ब्रोमीन ते वाटर बन के आ रहा तो रिएक्शन ये पॉसिबल भी है। पर हुण जे आपां इस रिएक्टेंट चेक करिए तो रिएक्टेंट देखो किन्ने ने अपने को 5 ब्रोमाइड दे, ब्रोमेट दा 1 ते H पॉजिटिव आयंस, एसिड किन्ने ने 6। ठीक है, तो 6 + 1 7 + 5 किन्ने हो गए थे
12 ठीक है। तो ਇਹਦਾ मतलब ਇਹ ਹੋਇਆ ਕਿ ਇੱਥੇ 12 ਰਿਐਕਟੈਂਟ ਵਾਲੀ ਰਿਐਕਸ਼ਨ ਪੋਸੀਬਲ ਆ। ਕਿੰਨੇ ਨੇ ਨੰਬਰ ਆਫ ਰਿਐਕਟਿੰਗ ਸਪੀਸੀਜ਼ 12 ਠੀਕ ਹੈ। ਤੇ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ, ਇੱਕ ਸਾਈਡ ਤੇ ਤਾਂ ਕਹਿ ਰਹੇ ਕਿ 4 ਤੋਂ ਵੱਧ ਜਿਹੜੇ ਰਿਐਕਟੈਂਟ ਨੇ ਆਪਸ ਦੇ ਵਿੱਚ ਕੋਲਾਈਡ ਕਰਕੇ ਪ੍ਰੋਡਕਟ ਨਹੀਂ ਦੇ ਸਕਦੇ। ਇੱਕ ਸਾਈਡ ਤੇ ਜਿਹੜੀ ਆਪਾਂ ਰਿਐਕਸ਼ਨ ਇਹ ਦੇਖੇ ਤਾਂ ਪ੍ਰੈਕਟੀਕਲੀ ਇਹ ਰਿਐਕਸ਼ਨ ਪੋਸੀਬਲ ਹੈ ਜਿਸ ਦੇ ਵਿੱਚ 12 ਦੇ 12 ਰਿਐਕਟੈਂਟ ਕੰਬਾਈਨ ਹੋ ਕੇ ਆਪਾਂ ਨੂੰ ਕੀ ਦੇ ਰਹੇ ਨੇ, ਪ੍ਰੋਡਕਟਸ ਦੇ ਰਹੇ ਨੇ ਠੀਕ ਆ। ਤਾਂ ਦੇਖੋ ਰਾਜੇ ਇਹ ਰਿਐਕਸ਼ਨ ਦੇ ਵਿੱਚ ਮਤਲਬ ਐਦਾਂ ਦਾ ਕਿਵੇਂ ਪੋਸੀਬਲ ਹੋ ਸਕਦਾ ਠੀਕ ਹੈ, ਕਿਉਂਕਿ ਪੋਸੀਬਲ ਨਹੀਂ ਨਾ ਹੈਗਾ ਕਿ ਐਨੇ ਸਾਰੇ ਰਿਐਕਟੈਂਟ ਸੇਮ ਟਾਈਮ ਤੇ ਟਕਰਾ ਜਾਣ। ਤਾਂ ਸਮਝੋ ਧਿਆਨ ਨਾਲ ਇਹੋ ਜਿਹੇ ਰਿਐਕਸ਼ਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਜ਼ਰੂਰ ਲੱਗ ਰਹੇ ਨੇ ਕਿ ਇੱਥੇ ਆਪਣੇ ਕੋਲੇ ਕੀ ਨੇ, 12 ਰਿਐਕਟੈਂਟਸ ਨੇ, ਮਤਲਬ 12 ਰਿਐਕਟਿੰਗ ਸਪੀਸੀਜ਼ ਨੇ। ਬਟ ਬੇਟਾ ਇਸ ਦੀ ਮੋਲੀਕੂਲੈਰਿਟੀ 12 ਨਹੀਂ ਹੈਗੀ ਠੀਕ ਹੈ। ਕਿਉਂ ਨਹੀਂ ਹੈਗੀ 12? ਮੋਲੀਕੂਲੈਰਿਟੀ ਹੁੰਦੀ ਕੀ ਹੈਗੀ, ਇਟ ਇਜ਼ ਦ ਨੰਬਰ ਆਫ ਰਿਐਕਟਿੰਗ ਸਪੀਸੀਜ਼। ਨੋ ਡਾਊਟ ਇਹਨਾਂ ਦਾ ਨੰਬਰ 12 ਹੈਗਾ ਬਟ ਇਟ ਡਸ ਨਾਟ ਕੋਲਾਈਡ ਸਾਈਮਲਟੇਨੀਅਸਲੀ। ਤੇ ਜਿਹੜੇ 12 ਦੇ 12 ਰਿਐਕਟਰ ਨੇ ਆਪਸ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਨਹੀਂ ਟਕਰਾਉਂਦੇ ਠੀਕ ਹੈ। ਤਾਂ ਮੋਲੀਕੂਲੈਰਿਟੀ ਦੀ ਡੈਫੀਨੇਸ਼ਨ ਪ੍ਰੋਪਰ ਸੈਟੀਸਫਾਈ ਨਹੀਂ ਹੋ ਰਹੀ, ਅੱਧੀ ਸੈਟੀਸਫਾਈ ਹੋ ਰਹੀ ਹੈ, ਤਾਂ ਆਪਾਂ ਜੀ ਮੋਲੀਕੂਲੈਰਿਟੀ 12 ਨਹੀਂ ਕਹਾਂਗੇ ਠੀਕ ਹੈ। ਤਾਂ ਮੋਲੀਕੂਲੈਰਿਟੀ 12 ਤਾਂ ਹੁੰਦੀ ਜੇ 12 ਦੇ 12 ਮੋਲੀਕੂਲ ਇੱਕੋ ਸਮੇਂ ਦੇ ਵਿੱਚ ਇੱਕ ਦੂਜੇ ਨਾਲ ਟਕਰਾ ਕੇ ਪ੍ਰੋਡਕਟ ਦਿੰਦੇ ਠੀਕ ਹੈ। ਬਟ ਇੱਥੇ ਨੋ ਡਾਊਟ 12 ਮੋਲੀਕੂਲਸ ਤਾਂ ਹੈਗੇ ਨੇ ਬਟ ਇੱਕੋ ਟਾਈਮ ਦੇ ਉੱਤੇ ਇੱਕ ਦੂਜੇ ਦੇ ਨਾਲ ਕੋਲਾਈਡ ਕਰਕੇ ਪ੍ਰੋਡਕਟਸ ਨਹੀਂ ਦਿੰਦੇ, ਤਾਂ ਇਸ ਦੀ ਮੋਲੀਕੂਲੈਰਿਟੀ 12 ਨਹੀਂ ਹੈਗੀ। ਹੁਣ ਅੱਗੇ ਸੁਣੋ ਫਿਰ ਇਹ ਰਿਐਕਸ਼ਨ ਹੋਈ ਕਿਵੇਂ ਠੀਕ ਹੈ। ਅਗਰ 12 ਮੋਲੀਕੂਲਸ ਆਪਸ ਦੇ ਵਿੱਚ ਟਕਰਾ ਨਹੀਂ ਰਹੇ ਤੇ ਰਿਐਕਸ਼ਨ ਪ੍ਰੋਡਕਟ ਬਣ ਕੇ ਕਿਵੇਂ ਆ ਗਏ। ਤਾਂ ਇਹਦੇ ਵਿੱਚ ਦੇਖੋ ਬੇਟਾ ਨੋ ਡਾਊਟ ਇੱਥੇ ਆਪਣੇ ਕੋਲੇ 12 ਰਿਐਕਟੈਂਟਸ ਨੇ ਬਟ ਇਹਦਾ ਮਤਲਬ ਇਹ ਨਹੀਂ ਹੈਗਾ ਕਿ 12 ਦੇ 12 ਆਪਸ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਟਕਰਾ ਗਏ ਠੀਕ ਹੈ। ਤੇ ਇਸ ਦੇ ਵਿੱਚ ਕੀ ਹੋਊਗਾ ਬੇਟਾ ਕਿ ਆਪਣੇ ਕੋਲ ਪਹਿਲਾਂ ਕੀ ਹੋਊਗਾ, ਬ੍ਰੋਮਾਈਡ ਤੇ ਆਪਣੇ ਕੋਲ ਵਾਟਰ ਮੋਲੀਕੂਲਸ H ਪੋਜ਼ਿਟਿਵ ਮੋਲੀਕੂਲ। ਇਹ ਰਿਐਕਸ਼ਨ ਹੁੰਦੀ ਹੈ ਸਟੈਪ ਬਾय ਸਟੈਪ ਠੀਕ ਹੈ। ਪਹਿਲੇ ਸਟੈਪ ਦੇ ਵਿੱਚ ਜਿੱਦਾਂ ਆਪਣੇ ਕੋਲ ਬ੍ਰੋਮਾਈਡ ਤੇ H ਪੋਜ਼ਿਟਿਵ ਕੰਬਾਈਨ ਕਰ ਗਏ, ਅਗਲੇ ਸਟੈਪ ਦੇ ਵਿੱਚ ਫਿਰ ਬ੍ਰੋਮੇਡ ਤੇ ਇਹ ਕੰਬਾਈਨ ਕਰ ਗਏ ਠੀਕ ਆ। ਤੇ ਇਸ ਤਰ੍ਹਾਂ ਇਹ ਇਦਾਂ ਦੀ ਰਿਐਕਸ਼ਨਸ ਕੀ ਹੁੰਦੀਆਂ ਨੇ ਬੇਟਾ, ਸਟੈਪ ਬਾय ਸਟੈਪ ਰਿਐਕਸ਼ਨਸ ਹੁੰਦੀਆਂ ਨੇ। ਸਟੈਪ ਬਾय ਸਟੈਪ, ਇੱਕ ਸਿੰਗਲ ਸਟੈਪ ਦੇ ਵਿੱਚ ਨਹੀਂ ਇਹ ਰਿਐਕਸ਼ਨ ਹੁੰਦੀ ਹੈਗੀ ਠੀਕ ਆ। ਹੁਣ ਇਹ ਰਿਐਕਸ਼ਨ ਹੋਣੀ ਬੇਟਾ ਆਪਣੇ ਕੋਲੇ ਸਟੈਪ ਬਾय ਸਟੈਪ ਠੀਕ ਆ। ਤੇ ਜਿਹੜੀਆਂ ਰਿਐਕਸ਼ਨਸ ਸਟੈਪ ਬਾय ਸਟੈਪ ਹੁੰਦੇ ਨੇ, those reactions which occurs step by step, that reactions is called the complex reactions। ਉਹ reactions ਨੂੰ ਆਪਾਂ ਕੀ ਕਹਾਂਗੇ, complex reactions ਠੀਕ ਹੈ। ਤਾਂ complex reactions ਕੀ ਹੁੰਦੀਆਂ ਨੇ, the reactions which takes place two or more than two consecutive steps ਠੀਕ ਹੈ। ਇੱਕ ਤੋਂ ਬਾਅਦ ਦੂਜੀ ਰਿਐਕਸ਼ਨ, ਦੂਜੀ ਤੋਂ ਬਾਅਦ ਤੀਜੀ ਰਿਐਕਸ਼ਨ, ਥਰਡ ਤੋਂ ਬਾਅਦ ਫੋਰਥ ਰਿਐਕਸ਼ਨ, ਐਦਾਂ ਅਗਰ ਸਟੈਪ ਬਾय ਸਟੈਪ ਰਿਐਕਸ਼ਨਸ ਹੁੰਦੇ ਤਾਂ ਉਹਨਾਂ ਨੂੰ ਆਪਾਂ ਕਹਾਂਗੇ complex reactions ਕਹਾਂਗੇ ਠੀਕ ਹੈ। ਨੈਕਸਟ ਕਿਹੜੀ ਆ ਰਹੀ ਨੇ ਬੇਟਾ, ਕੁਝ ਰਿਐਕਸ਼ਨਸ ਹੁੰਦੀਆਂ ਨੇ ਜਿਹੜੀਆਂ which contributes only in single step, ਇੱਕ ਸਿੰਗਲ ਸਟੈਪ ਦੇ ਵਿੱਚ ਹੁੰਦੀਆਂ ਨੇ ਜਾਂ ਫਿਰ one step ਦੇ ਵਿੱਚ ਹੁੰਦੀਆਂ ਨੇ। ਉਦਾਂ ਦੀਆਂ ਰਿਐਕਸ਼ਨਸ ਨੂੰ ਆਪਾਂ ਕੀ ਕਹਾਂਗੇ ਰਾਜੇ, ਐਲੀਮੈਂਟਰੀ ਰਿਐਕਸ਼ਨਸ। ਕੀ ਕਹਾਂਗੇ, ਐਲੀਮੈਂਟਰੀ ਰਿਐਕਸ਼ਨਸ। ਤੇ ਜਿਹੜੀ ਰਿਐਕਸ਼ਨ ਸਟੈਪ ਬਾय ਸਟੈਪ ਹੁੰਦੇ ਨੇ that is called the complex reaction, ਤੇ ਜਿਹੜੀ ਰਿਐਕਸ਼ਨ ਸਿੰਗਲ ਸਟੈਪ ਦੇ ਵਿੱਚ ਹੋ ਜਾਂਦੀਆਂ ਨੇ ਉਹਨਾਂ ਨੂੰ ਆਪਾਂ ਕੀ ਕਹਾਂਗੇ, ਐਲੀਮੈਂਟਰੀ ਰਿਐਕਸ਼ਨਸ। ਓਕੇ ਰਾਜੇ, ਤਾਂ ਹੁਣ ਆਪਾਂ ਕਰਦੇ ਆਂਗੇ ਇਹਨਾਂ ਦੇ ਮੈਕੈਨਿਜ਼ਮ ਐਂਡ ਦਾ ਰੇਟ ਲਾਅ ਠੀਕ ਹੈ। ਹੁਣ ਆਪਾਂ ਨੈਕਸਟ ਕੀ ਕਰਨ ਜਾ ਰਹੇ ਹਾਂ, ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਸਟਾਰਟਿੰਗ ਤੋਂ ਕਿ ਆਪਾਂ ਡੈਫੀਨੇਸ਼ਨ ਦੇ ਵਿੱਚ ਕੈਮੀਕਲ ਕਿਨੈਟਿਕਸ ਦੀ ਡੈਫੀਨੇਸ਼ਨ ਦੇ ਵਿੱਚ ਆਪਾਂ ਤਿੰਨ ਚੀਜ਼ਾਂ ਡਿਸਕਸ ਕਰਨੀਆਂ ਨੇ। ਫਸਟ ਆਫ ਆਲ ਰੇਟ ਆਫ ਰਿਐਕਸ਼ਨ, ਨੈਕਸਟ ਆਪਾਂ ਕੀ ਡਿਸਕਸ ਕਰਨਾ ਬੇਟਾ, ਫੈਕਟਰਸ ਇਨਫਲੂਐਂਸਿੰਗ ਦ ਰੇਟ ਆਫ ਰਿਐਕਸ਼ਨ, ਤੇ ਥਰਡ ਆਪਾਂ ਥਿੰਕ ਕੀ ਸਟਾਰਟ ਕਰਨ ਜਾ ਰਹੇ ਹਾਂ ਹੁਣ ਮੈਕੈਨਿਜ਼ਮ ਠੀਕ ਹੈ। ਤਾਂ ਹੁਣ ਮੈਕੈਨਿਜ਼ਮ ਕੀ ਹੋਣਗੇ, ਜਿਹੜੀ ਕੰਪਲੈਕਸ ਰਿਐਕਸ਼ਨਸ ਹੁੰਦੀਆਂ ਨੇ ਉਹ ਤਾਂ ਆਪਣੇ ਕੋਲ ਹੁੰਦੀਆਂ ਨੇ ਜੀ ਡਿਫਰੈਂਟ ਸਟੈਪਸ ਦੇ ਵਿੱਚ, ਤੇ ਕੁਝ ਰਿਐਕਸ਼ਨ ਸਿੰਗਲ ਸਟੈਪ ਦੇ ਵਿੱਚ ਹੋ ਜਾਂਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹੁੰਦੇ ਆ ਬੇਟਾ, ਐਲੀਮੈਂਟਰੀ ਰਿਐਕਸ਼ਨਸ ਠੀਕ ਹੈ। ਤਾਂ ਹੁਣ ਦੇਖੋ ਮੈਕੈਨਿਜ਼ਮ ਵਾਸਤੇ ਪਹਿਲਾਂ ਆਪਾਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਲੈ ਲੈਣੇ ਆ। ਸਿੰਪਲ ਐਗਜ਼ਾਮਪਲ ਦੇ ਵਿੱਚ ਪਹਿਲਾਂ ਦੇਖੋ ਮੈਂ ਇੱਕ ਸਟੈਪ ਵਾਲੀ ਐਗਜ਼ਾਮਪਲ ਆ ਰਹੀ ਹਾਂ। ਸਪੋਜ਼ ਤੁਹਾਡੇ ਕੋਲੇ ਰਿਐਕਸ਼ਨ ਆ, ਕੰਸੀਡਰ ਰਿਐਕਸ਼ਨ nitrogen dioxide plus fluorine, it combines to form the nitrogen NO2F ਠੀਕ ਹੈ। ਤਾਂ ਹੁਣ ਦੇਖੋ ਇੱਥੇ ਕਿੰਨੇ ਰਿਐਕਟੈਂਟਸ ਨੇ ਆਪਣੇ ਕੋਲ ਪੁੱਤਰ, 3 ਰਿਐਕਟੈਂਟ। ਹੁਣ ਕੀ ਇੱਥੇ ਪੋਸਿਬਿਲਿਟੀ ਹੈਗੀ ਹੈ ਕਿ ਇਹ ਵਾਲਾ ਤਾਂ ਹੈਵੀ ਰਿਐਕਟੈਂਟ ਆ ਨਾ, N ਨਾਈਟ੍ਰੋਜਨ ਵੀ ਹੈ ਨਾਲ 2 ਆਕਸੀਜਨ ਵੀ ਨੇ, ਇਹ ਆਪਸ ਦੇ ਵਿੱਚ 2 ਰਿਐਕਟੈਂਟ ਇਹ ਤੇ ਇੱਕ ਰਿਐਕਟੈਂਟ ਇਹ ਆਪਸ ਦੇ ਵਿੱਚ ਕੰਬਾਈਨ ਕਰਕੇ ਆਪਾਂ ਨੂੰ ਪ੍ਰੋਡਕਟ ਦੇ ਦੇਣ ਠੀਕ ਹੈ। ਤੇ ਇਹ ਇਦਾਂ ਦੀ ਰਿਐਕਸ਼ਨ ਸਟੈਪ ਦੇ ਵਿੱਚ ਨਹੀਂ ਹੁੰਦੀ ਆ, ਇੱਕ ਸਿੰਗਲ ਸਟੈਪ ਦੇ ਵਿੱਚ ਨਹੀਂ ਹੁੰਦੀ ਆ। ਐਦਾਂ ਦੀ ਰਿਐਕਸ਼ਨ ਕੀ ਹੁੰਦੀਆਂ ਨੇ, ਸਟੈਪ ਬਾय ਸਟੈਪ ਹੁੰਦੀਆਂ ਨੇ। ਤੇ ਦੇਖੋ ਇਹ ਰਿਐਕਸ਼ਨ ਪਹਿਲਾਂ 2 ਸਟੈਪ ਦੇ ਵਿੱਚ ਹੋਗੀ ਬੇਟਾ। ਪਹਿਲੇ ਸਟੈਪ ਦੇ ਵਿੱਚ ਕੀ ਹੋਣਾ, ਨਾਈਟ੍ਰੋਜਨ ਡਾਈਆਕਸਾਈਡ ਪਲੱਸ fluorine F2, it combines to form the NO2F plus F, means ਜਿਹੜਾ ਇੱਥੇ ਆਪਣੇ ਕੋਲੇ ਫਲੋਰੀਨ ਆ, ਮੈਂ ਇੱਥੇ ਥੋੜਾ ਓਪਨ ਕਰਕੇ ਲਿਖ ਦਿੰਨੀ ਆ, ਇਹ ਤੋਂ ਬੌਂਡ ਬ੍ਰੇਕ ਹੋਊਗਾ
ਤਾਂ ਨਾਈਟ੍ਰੋਜਨ NO2F ਬਣ ਕੇ ਆ ਜਾਊਗਾ। NO2F ਤੇ ਇੱਕ ਜਿਹੜਾ ਫਲੋਰੀਨ ਰਹਿ ਗਿਆ ਬੇਟਾ ਉਹ ਮੈਂ ਇੱਥੇ ਲਿਖਤਾ, ਠੀਕ ਹੈ। ਫਿਰ ਆਪਣੇ ਕੋਲੇ ਸੈਕੰਡ ਸਟੈਪ ਚੱਲਣਾ। ਸੈਕੰਡ ਸਟੈਪ ਦੇ ਵਿੱਚ ਕੀ ਹੋਣਾ ਬੇਟਾ, ਅਗੇਨ ਦੋ ਮੋਲੀਕੂਲਸ ਨੇ NO2 ਦੇ, ਤੇ ਸੈਕੰਡ ਮੋਲੀਕੂਲ ਰਿਐਕਟ ਕਰੂਗਾ, ਠੀਕ ਹੈ, ਕਿਸ ਦੇ ਨਾਲ, ਇਸ ਫਲੋਰੀਨ ਦੇ ਨਾਲ, NO2 ਦੇ ਨਾਲ, NO2F2, ਠੀਕ ਹੈ ਜੀ। then it forms the NO2F, ਕੀ ਬਣ ਕੇ ਆ ਗਿਆ ਇੱਥੇ ਆਪਣੇ ਕੋਲ NO2F। ਹੁਣ ਅਗਰ ਆਪਾਂ ਓਵਰਆਲ ਟੋਟਲ ਰਿਐਕਸ਼ਨ ਲਿਖੀਏ, ਟੋਟਲ ਰਿਐਕਸ਼ਨ ਦੇ ਵਿੱਚ ਆਪਾਂ ਇਹਨਾਂ ਦੋਨਾਂ ਨੂੰ ਪਲੱਸ ਕਰਾਂਗੇ, ਟੋਟਲ ਰਿਐਕਸ਼ਨ ਤਾਂ ਹੀ ਬਣਨੀ ਆ 2NO2 ਪਲੱਸ ਇਸ ਸਾਈਡ ਤੇ ਵੀ ਫਲੋਰੀਨ ਹੈ, ਇਸ ਸਾਈਡ ਤੇ ਫਲੋਰੀਨ ਕੈਂਸਲ ਹੋ ਗਿਆ, then F2, then it forms ਆਪਣੇ ਕੋਲ ਕੀ ਬਣ ਕੇ ਆ ਗਿਆ 2NO2F, ਠੀਕ ਹੈ। ਹੁਣ ਸਮਝੋ ਧਿਆਨ ਨਾਲ, ਇਹ ਰਿਐਕਸ਼ਨ ਦੇ ਵਿੱਚ ਜਿਹੜਾ ਫਸਟ ਸਟੈਪ ਆ, ਫਸਟ ਸਟੈਪ ਦੇ ਵਿੱਚ ਬੇਸਿਕਲੀ ਕੀ ਹੋ ਰਿਹਾ, ਬੌਂਡ ਬ੍ਰੇਕ ਹੋ ਰਿਹਾ ਫਲੋਰੀਨ ਦਾ, ਠੀਕ ਹੈ। ਤਾਂ ਅਗਰ ਬੌਂਡ ਬ੍ਰੇਕ ਹੋਇਆ ਫਿਰ ਹੀ ਇਹਦੇ ਨਾਲ ਕੰਬਾਈਨ ਹੋਣਾ ਰਹੇ ਜੇ ਰਿਐਕਸ਼ਨ ਤਾਂ ਹੀ ਪ੍ਰੋਸੀਡ ਹੋਣੀ ਆ। ਤਾਂ ਪਹਿਲੇ ਸਟੈਪ ਨੂੰ ਹੋਣ ਨੂੰ ਥੋੜਾ ਟਾਈਮ ਲੱਗਦਾ, ਠੀਕ ਹੈ। ਤਾਂ ਫਸਟ ਸਟੈਪ ਨੂੰ ਆਪਾਂ ਕੀ ਕਹਾਂਗੇ, ਸਲੋ ਸਟੈਪ। ਫਸਟ ਸਟੈਪ ਨੂੰ ਕੀ ਕਹਾਂਗੇ, ਸਲੋ ਸਟੈਪ। ਸੈਕੰਡ ਸਟੈਪ ਦੇ ਵਿੱਚ ਬੌਂਡ ਬ੍ਰੇਕ ਹੋਇਆ ਪਿਆ, ਨਾਈਟ੍ਰੋਜਨ ਦੇ ਨਾਲ ਫਲੋਰੀਨ ਬਹੁਤ ਈਜ਼ੀ ਕੰਬਾਈਨ ਹੋ ਜਾਣੀ ਆ, ਤੇ ਰਿਐਕਸ਼ਨ ਇਹ ਸਟੈਪ ਥੋੜਾ ਫਾਸਟ ਹੋਣਾ, ਤੇ ਇਹ ਵਾਲੇ ਸਟੈਪ ਨੂੰ ਆਪਾਂ ਕੀ ਕਹਾਂਗੇ ਬੇਟਾ, ਫਾਸਟ ਸਟੈਪ। ਕੀ ਕਹਾਂਗੇ ਪੁੱਤਰ, ਫਾਸਟ ਸਟੈਪ। ਤੇ ਰਿਐਕਸ਼ਨ ਦੇ ਵਿੱਚ ਦੋ ਸਟੈਪ ਨੇ ਜੀ, ਪਹਿਲਾ ਸਟੈਪ ਸਲੋ ਆ, ਸੈਕੰਡ ਸਟੈਪ ਫਾਸਟ ਹੈਗਾ, ਠੀਕ ਹੈ। ਜਿਹੜਾ ਸਲੋ ਸਟੈਪ ਹੁੰਦਾ ਉਸ ਸਟੈਪ ਨੂੰ ਕਿਹਾ ਜਾਂਦਾ ਬੇਟਾ RDS ਸਟੈਪ। ਕਿਹੜਾ ਸਟੈਪ, RDS। ਤਾਂ RDS ਦਾ ਮੀਨਿੰਗ ਕੀ ਹੁੰਦਾ, ਇਹ ਵੀ ਬਹੁਤ ਇੰਪੋਰਟੈਂਟ ਆ, ਠੀਕ ਹੈ, ਪਤਾ ਹੋਣਾ ਚਾਹੀਦਾ ਤੁਹਾਨੂੰ, ਹਾਇਰ ਕਲਾਸਿਸ ਦੇ ਵਿੱਚ ਪੁੱਛਿਆ ਜਾਂਦਾ ਮੋਸਟਲੀ, ਵਾਟ ਇਜ਼ ਦਾ RDS ਸਟੈਪ। RDS, RDS ਦਾ ਮਤਲਬ ਕੀ ਹੁੰਦਾ ਬੇਟਾ, ਰੇਟ ਡਿਟਰਮਾਈਨਿੰਗ ਸਟੈਪ, ਰੇਟ ਡਿਟਰਮਾਈਨਿੰਗ ਸਟੈਪ, ਰੇਟ ਡਿਟਰਮਾਈਨਿੰਗ ਸਟੈਪ। ਹੁਣ ਰੇਟ ਡਿਟਰਮਾਈਨਿੰਗ ਸਟੈਪ ਮਤਲਬ ਕੀ ਹੋਇਆ ਵੀ ਜਿਹੜੇ ਸਟੈਪ ਦੇ ਉੱਤੇ ਪੂਰੀ ਰਿਐਕਸ਼ਨ ਦਾ ਰੇਟ ਟਿਕਿਆ ਹੋਇਆ, ਠੀਕ ਹੈ। ਜੇ ਅਗਰ ਉਹ ਸਟੈਪ ਹੋ ਜਾਂਦਾ ਫਿਰ ਰਿਐਕਸ਼ਨ ਫਰਦਰ ਪ੍ਰੋਸੀਡ ਹੋਣੀ ਆ। ਜੇ ਉਹ ਸਟੈਪ ਸਟਾਪ ਹੋਇਆ ਮਤਲਬ ਹਜੇ ਤੱਕ ਹੋਇਆ ਹੀ ਨਹੀਂ ਹੈਗਾ ਤਾਂ ਰਿਐਕਸ਼ਨ ਕੀ ਹੋ ਜਾਣੀ ਬੇਟਾ, ਸਲੋ, ਮਤਲਬ ਰਿਐਕਸ਼ਨ ਪ੍ਰੋਸੀਡ ਨਹੀਂ ਹੋਣੀ। ਲਾਈਕ ਸੇ ਐਗਜ਼ਾਮਪਲ ਹੁਣ ਦੇਖੋ ਤੁਸੀਂ, ਇਸ ਦੇ ਵਿੱਚ ਇਹ ਸਟੈਪ ਸਲੋ ਆ, ਅਗਰ ਪਹਿਲਾ ਸਟੈਪ ਹੀ ਨਹੀਂ ਹੋਇਆ ਹੈਗਾ ਤਾਂ ਸੈਕੰਡ ਸਟੈਪ ਨਹੀਂ ਹੋ ਸਕਦਾ, ਠੀਕ ਹੈ। ਸੈਕੰਡ ਸਟੈਪ ਉਦੋਂ ਤੱਕ ਨਹੀਂ ਹੋਊਗਾ ਜਦੋਂ ਤੱਕ ਫਸਟ ਸਟੈਪ ਨਹੀਂ ਹੋ ਰਿਹਾ ਹੈਗਾ। ਤਾਂ ਇਹ ਸਲੋ ਸਟੈਪ ਜਦੋਂ ਹੋ ਗਿਆ ਫੇਰ ਹੀ ਹੋਣੀ ਹੈਗੀ ਆਪਣੇ ਕੋਲ ਰਿਐਕਸ਼ਨ। ਤਾਂ ਪਹਿਲੇ ਸਟੈਪ ਕਰਕੇ ਪੂਰੀ ਦੀ ਪੂਰੀ ਜਿਹੜੀ ਰਿਐਕਸ਼ਨ ਹੈਗੀ ਉਹ ਰੁਕੀ ਹੋਈ ਆ, ਠੀਕ ਹੈ, ਮਤਲਬ ਸਲੋ ਚੱਲ ਰਹੀ ਆ। ਤਾਂ ਫਸਟ ਸਲੋ ਸਟੈਪ ਨੂੰ ਹਮੇਸ਼ਾ ਕੀ ਕਿਹਾ ਜਾਂਦਾ, ਸਲੋ ਸਟੈਪ ਨੂੰ ਹਮੇਸ਼ਾ ਕੀ ਕਿਹਾ ਜਾਂਦਾ, RDS ਸਟੈਪ, ਠੀਕ ਹੈ। ਅਗਰ ਨਹੀਂ ਸਮਝ ਆ ਰਿਹਾ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਐਗਜ਼ਾਮਪਲ ਦਿੰਨੀ ਆ। ਸਪੋਜ਼ ਆਪਣੇ ਕੋਲ ਕੋਈ ਫੈਕਟਰੀ ਆ, ਠੀਕ ਹੈ, ਕੋਈ ਬਾਈਸਾਈਕਲ ਬਣਾਉਣ ਵਾਲੀ ਫੈਕਟਰੀ ਆ, ਠੀਕ ਹੈ, ਕਿਸ ਦੇ ਵਿੱਚ ਸਾਈਕਲ ਬਣ ਰਹੇ ਨੇ। ਤਾਂ ਹੁਣ ਉਹ ਬਾਈਸਾਈਕਲ ਬਣਾਉਣ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇਗੇ ਬੇਟਾ, ਸਭ ਤੋਂ ਪਹਿਲਾਂ ਤਾਂ ਸਪੋਜ਼ ਆਪਾਂ ਨੂੰ ਟਾਇਰਸ ਚਾਹੀਦੇ ਨੇ, ਠੀਕ ਹੈ, ਟਾਇਰਸ ਬਣੇ ਹੋਣੇ ਚਾਹੀਦੇ ਨੇ ਬੇਟਾ। ਨੈਕਸਟ ਆਪਣੇ ਕੋਲ ਕੀ ਹੈਂਡਲ ਬਣਿਆ ਹੋਣਾ ਚਾਹੀਦਾ, ਠੀਕ ਹੈ। ਦੈਨ ਉਸ ਤੋਂ ਬਾਅਦ ਪੈਡਲ ਬਣੇ ਹੋਣੇ ਚਾਹੀਦੇ ਨੇ, ਬ੍ਰੇਕਸ ਬਣੇ ਹੋਣੇ ਚਾਹੀਦੇ ਨੇ, ਠੀਕ ਹੈ। ਦੈਨ ਸੀਟ ਬਣੀ ਹੋਣੀ ਚਾਹੀਦੀ ਹੈਗੀ, ਠੀਕ ਹੈ। ਸਾਰੀਆਂ ਚੀਜ਼ਾਂ ਕੰਬਾਈਨ ਕਰਕੇ ਆਪਣੇ ਕੋਲ ਕੀ ਬਣ ਕੇ ਆਉਣਗੀਆਂ, ਡਿਫਰੈਂਟ ਕਾਈਂਡਸ ਆਫ ਥਿੰਗਸ ਕੰਬਾਈਨ ਕਰਕੇ ਆਪਣੇ ਕੋਲ ਇੱਕ ਸਾਈਕਲ ਬਣ ਕੇ ਆਉਂਦਾ, ਠੀਕ ਹੈ। ਏਦਾਂ ਸਾਈਕਲ ਚੜਾਇਆ ਜਾਂਦਾ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਪੋਜ਼ ਜਿਹੜਾ ਪੈਡਲ ਬਣਨ ਵਾਲਾ ਕੰਮ ਆ ਇਹ ਕੀ ਹੈਗਾ ਆਪਣੇ ਕੋਲੇ, ਸਲੋ ਆ, ਠੀਕ ਹੈ। ਮਤਲਬ ਪੈਡਲ ਕੀ ਬਣ ਰਹੇ ਨੇ, ਸਲੋ ਬਣ ਰਹੇ ਨੇ। ਬਾਕੀ ਸਾਰੀਆਂ ਚੀਜ਼ਾਂ ਇੱਥੇ ਕੀ ਬਣ ਰਹੀਆਂ ਨੇ, ਫਾਸਟ ਬਣ ਰਹੀਆਂ ਨੇ। ਹੁਣ ਸਾਈਕਲ ਉਦੋਂ ਤੱਕ ਨਹੀਂ ਤਿਆਰ ਹੋ ਸਕਦਾ, ਉਦੋਂ ਤੱਕ ਨਹੀਂ ਕੰਪਲੀਟ ਹੋ ਸਕਦਾ ਜਦੋਂ ਤੱਕ ਉਸ ਤੇ ਪੈਡਲ ਨਹੀਂ ਲੱਗਦੇ ਹੈਗੇ, ਠੀਕ ਹੈ। ਤਾਂ ਅਗਰ ਪੈਡਲ ਬਣਨ ਵਾਲਾ ਸਟੈਪ ਸਲੋ ਆ ਤਾਂ ਪੂਰੇ ਦਾ ਪੂਰਾ ਜਿਹੜਾ ਸਾਈਕਲ ਬਣਨ ਦਾ ਪ੍ਰੋਸੈਸ ਹੈਗਾ ਉਹ ਰੁਕ ਗਿਆ, ਠੀਕ ਹੈ, ਸਲੋ ਹੋ ਗਿਆ। ਤਾਂ ਪੈਡਲ ਬਣਨ ਵਾਲੇ ਸਟੈਪ ਕਰਕੇ ਜਿਹੜਾ ਸਾਈਕਲ ਬਣਨ ਦਾ ਪ੍ਰੋਸੈਸ ਸਲੋ ਹੋ ਗਿਆ, ਤਾਂ ਪੈਡਲ ਬਣਨ ਵਾਲੇ ਪ੍ਰੋਸੈਸ ਨੂੰ ਆਪਾਂ ਕਿਹੜਾ ਸਟੈਪ ਕਹਾਂਗੇ, RDS ਸਟੈਪ, ਠੀਕ ਹੈ, ਰੇਟ ਡਿਟਰਮਾਈਨਿੰਗ ਸਟੈਪ। ਤਾਂ ਰੇਟ ਡਿਟਰਮਾਈਨਿੰਗ ਸਟੈਪ ਕਿਹੜਾ ਸਟੈਪ ਹੁੰਦਾ ਹੈਗਾ ਰਾਜੇ, ਸਲੋ ਸਟੈਪ, ਠੀਕ ਹੈ, ਜਿਹੜਾ ਰਿਐਕਸ਼ਨ ਨੂੰ ਹੋਣ ਵਾਸਤੇ, ਠੀਕ ਹੈ, ਮਤਲਬ ਕੰਪਲੀਟ ਕਰਨ ਵਾਸਤੇ ਚਾਹੀਦਾ ਉਸ, ਅਗਰ ਉਹ ਸਟੈਪ ਕੋਈ ਵੀ ਸਲੋ ਚੱਲ ਰਿਹਾ ਤਾਂ ਉਹਨੂੰ ਆਪਾਂ RDS ਸਟੈਪ ਕਹਿ ਦਿੰਦੇ ਹੁੰਦੇ ਆ। ਤਾਂ ਜਿੱਦਾਂ ਇਹ ਰਿਐਕਸ਼ਨ ਦੇ ਵਿੱਚ ਆਪਣੇ ਕੋਲ ਕਿਹੜਾ ਸਟੈਪ ਸੀਗਾ, RDS ਸਟੈਪ, ਫਸਟ ਸਟੈਪ, ਓਕੇ। ਤਾਂ ਇਦਾਂ ਹੀ ਤੁਸੀਂ ਹੋਰ ਐਗਜ਼ਾਮਪਲਸ ਲੈਣੀਆਂ ਨੇ, ਠੀਕ ਹੈ। ਹੋਰ ਐਗਜ਼ਾਮਪਲਸ ਦਾ ਤੁਸੀਂ ਮੈਕੈਨਿਜ਼ਮ ਕਰਨਾ, ਮੈਕੈਨਿਜ਼ਮ ਕਰਨ ਤੋਂ ਬਾਅਦ ਤੁਸੀਂ ਉਹਨਾਂ ਦੇ ਵਿੱਚ RDS ਸਟੈਪ ਨੂੰ ਫਾਈਂਡ ਆਊਟ ਕਰਨਾ, ਓਕੇ ਬੇਟਾ। ਤਾਂ ਇਹ ਸੀ ਜੀ ਆਪਣੇ ਕੋਲੇ ਮੋਲੀਕੂਲੈਰਿਟੀ। ਮੋਲੀਕੂਲੈਰਿਟੀ ਦੇ ਵਿੱਚ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ ਮੈਂ ਕਿ ਬੇਸਿਕਲੀ ਜਿੱਦਾਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਆਪਣੇ ਕੋਲ ਰਿਐਕਸ਼ਨਸ ਡਿਫਰੈਂਟ ਸਟੈਪਸ ਦੇ ਵਿੱਚ ਹੁੰਦੀਆਂ ਨੇ, ਠੀਕ ਹੈ। ਤਾਂ ਹੁਣ ਦੇਖੋ ਵੀ ਇਹ ਰਿਐਕਸ਼ਨ ਹੈਗੀ, ਇਹ ਰਿਐਕਸ਼ਨ ਦੇ ਵਿੱਚ ਆਪਾਂ ਮੋਲੀਕੂਲੈਰਿਟੀ 3 ਨਹੀਂ ਕਹਾਂਗੇ,
ठीक है। क्यों नहीं कहांगे बेटा 3 मॉलिकुलैरिटी, क्योंकि ऐदां दी रिएक्शन ये रिएक्शन स्टैप बाय स्टैप हुई आ, तो हर एक स्टैप दी अपनी अपनी मॉलिकुलैरिटी होनी आ, ठीक है। तो जिवें देखो रिएक्शन दो अपने कोल 2 रिएक्टेंट ने, इस दे विच तां पहले स्टैप दी मॉलिकुलैरिटी कितनी है अपने कोल 2, नैक्सट दे विच अपने कोल 2 रिएक्टेंट्स ने, तो स्टैप दी मॉलिकुलैरिटी कितनी है 2, ठीक है। आपां ओवरऑल मॉलिकुलैरिटी ये नहीं कहांगे हाँ जी पूरी रिएक्शन दी मॉलिकुलैरिटी 3 आ, ठीक है, 2 + 1 3, जां आपां इन्हां नूं कंबाइन करके कह दिए कि 4 आ, नो, ठीक है, दिस इज नॉट पॉसिबल। क्लीयर है जी। तां कोई भी जे अपने कोले कंपलैक्स रिएक्शन आ, तो कंपलैक्स रिएक्शन वास्ते जिहड़ी मॉलिकुलैरिटी हुंदी आ वो हर एक स्टैप दी अपनी हुंदी आ, ठीक है। जिद्दां मैं तुहानूं समझाया सी ना कि अपने 12 मॉलिक्यूल वाली एग्जांपल लई सी, याद है ना, 5 ब्रोमाइड आयंस, ब्रोमेट आयंस, दैन उस बाद आपां इन्हां नूं कंबाइन कीता सीगा, देखो 5 ब्रोमाइड आयंस, ब्रोमेट आयंस से 6H पॉजिटिव अपने कंबाइन करके इन्होंने इतने टोटल की ले सीगे कि 12 मॉलिक्यूल्स रिएक्टिंग स्पीसीज ने, तो इतने पई नहीं कहांगे कि इसकी 12 मॉलिकुलैरिटी आ, ठीक है। मॉलिकुलैरिटी आपां हर एक स्टैप 5 या 6 स्टैप दे विच रिएक्शन हो रही है, तो कल्ले कल्ले स्टैप दी आपां मॉलिकुलैरिटी काउंट करांगे, तो जिहड़ियां कॉम्पलैक्स रिएक्शनस हुंदियां ने उन्हां दी मॉलिकुलैरिटी आपां हर एक स्टैप दी कैलकुलेट करते हुए। बहुत इंपॉर्टेंट चीज है कि कॉम्पलैक्स रिएक्शन वास्ते जिहड़ी मॉलिकुलैरिटी हुंदी है कि बेटा वो हर एक स्टैप दी हुंदी आ, जे अपने कोले सिंपल सिंगल स्टैप आ ते सिंगल स्टैप दी फिर मॉलिकुलैरिटी सेम हुंदी है, ठीक है। तो हुण देखो आपां थोड़ा जिहा हुण ऑर्डर भी तुसीं मैं तुहानूं लास्ट लैक्चर दे विच किहड़ा टॉपिक करवाया सीगा, ऑर्डर ऑफ रिएक्शन, दैन उस तो बाद नैक्सट की कीता आपां ने मॉलिकुलैरिटी ऑफ रिएक्शन, ठीक है, मॉलिकुलैरिटी ऑफ रिएक्शन। तो अज आप डिफरेंस करन जा रहे हैं ऑर्डर ते मॉलिकुलैरिटी दा, ठीक है जी, बहुत इंपॉर्टेंट है डिफरेंस, फुल फ्लैश क्लीयर होना चाहिए। तो देखो ऑर्डर ते मॉलिकुलैरिटी दा डिफरेंस की हैगा, फर्स्ट वन इज द ऑर्डर की हुंदा जी, दसो ऑर्डर कल ही करवाया सीगा, होप सो तुहानूं याद होवे। सपोज अपने कोल A दी पावर 1 ते B दी पावर भी कितनी है 1, तो आपां ने पावर्स नूं कंबाइन कर लिया, तो 1 + 1 कितना हो गया बेटा, दैट इज इक्वल टू द n, कितनी वैल्यू आ गई n दी 2 आ गई, ठीक है। तो ऑर्डर हुंदा की आ, इट इज द जस्ट की होगा बेटा सम ऑफ पावर्स, ऑर्डर की हुंदा पुत्र, इट इज द सम ऑफ पावर्स, सम ऑफ पावर्स की दिया पावर्स का सम होगा in terms of concentration of reactants, in terms of concentration of reactants। ते गल होर याद रखनी है तुसी ने कि केड़े लॉ दे अकॉर्डिंग हमेशा 4 मैथड दसे सीगे तुहानू लॉ से, ठीक है, ते केड़े मैथड दे थ्रू, अकॉर्डिंग टू रेट लॉ एक्सप्रैशन, रेट लॉ एक्सप्रैशन या फिर तुसी रेट लॉ इक्वेशन भी कह सकते हो, ठीक है। नैक्सट की आ रहा है मॉलिकुलैरिटी। हुण मॉलिकुलैरिटी दोस्तों आपां हुणी करके हटे, मॉलिकुलैरिटी की हुंदी है, इट इज द नंबर ऑफ रिएक्टिंग स्पीसीज, नंबर ऑफ रिएक्टिंग स्पीसीज। इत्थे तक डेफिनेशन लिखी तो तुहाडी हाफ आ गई डेफिनेशन, अधूरी आ, ठीक है, मार्क्स नहीं मिलने। अगर तुसी नाल लिखना ए वर्ड भी लिखना, विच कोलाइड साइमल्टेनियसली, which collide simultaneously to give the products, which collide simultaneously to give the products, ठीक है जी। तो एक ही होगी अपने को मॉलिकुलैरिटी। हुण डिफरेंस क्लियर हो गया ना, ऑर्डर की होगा, इट इज द सम ऑफ पावर्स in terms of concentration of reactants according to rate law expression। ये वर्ड होना बहुत जरूरी है, according to rate law expression। ते मॉलिकुलैरिटी की हुंदी है बेटा नंबर ऑफ रिएक्टिंग स्पीसीज which collide simultaneously to give the products, ठीक है, which collide simultaneously, ये वर्ड इत्थे होना चाहिए, ठीक है। हुण देखो जिहड़ा ऑर्डर आ, ठीक है जी, ऑर्डर बेसिकली की होगा कि अपने कोले जिहड़ी किसी भी रिएक्शन का ऑर्डर किहड़ा हो सकदा, आपां किहड़ा ऑर्डर पढ़ेगा बेटा, फर्स्ट ऑर्डर पढ़िया, ठीक है, फर्स्ट ऑर्डर हुंदा जी, सैकेंड ऑर्डर हुंदा, दैन उस बाद थर्ड ऑर्डर दी रिएक्शंस भी पढ़िया ने, इवन आपां ने फ्रैक्शनल ऑर्डर दी रिएक्शन भी पढ़िया ने, फ्रैक्शनल, ठीक है। तो जिहड़ा ऑर्डर हैगा ओह फ्रैक्शंस च हो सकदा, फर्स्ट सैकेंड थर्ड दा, ठीक है, पर जिहड़ा ऑर्डर हैगा इट कैन बी अ फ्रैक्शनल, ठीक है। ऑर्डर हमेशा अपने कोल की हो सकदा, मतलब मोस्टली की हो सकदा, फ्रैक्शनल हो सकदा, ठीक है। पर जिहड़ी मॉलिकुलैरिटी आ, ठीक है, मॉलिकुलैरिटी कभी भी फ्रैक्शनल नहीं हो सकती, इट कैन नेवर बी फ्रैक्शनल, इट कैन नेवर बी
फ्रैक्शनल, ये कभी भी बेटा फ्रैक्शनल नहीं हो सकती। हुण फ्रैक्शनल का मतलब की होया कि अपने कोले सपोज एटम्स नहीं A प्लस B कंबाइन होकर अपने कोल की बन के रहा 2C बन के रहा। फ्रैक्शनल का मीनिंग की होया कि एटम की हो गया हाफ, हुण हाफ एटम तो एग्जिस्ट नहीं करता, मतलब वो चीज पॉसिबल ही नहीं हैगी। तो जो हाफ एटम एग्जिस्ट नहीं करूगा, पॉसिबल ही नहीं है, तो इट मीनस ये फ्रैक्शनल कदे भी नहीं हो सकती। ये 1 होगी, 2 होगी, या फिर 3 होगी, ठीक है, या फिर स्टैप बाय स्टैप कैलकुलेट कर सकते हैं। हुण ऑर्डर किसी भी रिएक्शन का की हो सकता, ऑर्डर कैन बी जीरो, ऑर्डर कैन बी जीरो। जीरो ऑर्डर दी रिएक्शंस पढ़ियां सी ना आपां ने कि जदों रिएक्टेंट्स दी कंसंट्रेशन उत्ते ना डिपेंड करे किसी भी रिएक्शन दा रेट, ठीक है, उन्होंने आपां की कहांगे जीरो ऑर्डर रिएक्शन। बट मॉलिक्यूलैरिटी कैन नेवर बी जीरो, मॉलिक्यूलैरिटी कदे भी जीरो नहीं हो सकती, नेवर बी जीरो, ठीक है। मॉलिक्यूलैरिटी जीरो होने का मतलब भी कोई रिएक्टेंट नहीं है, कोई रिएक्टेंट ना होने का मतलब कोई रिएक्शन ही नहीं हैगी। अगर कोई रिएक्शन नहीं हैगी तो इसका मतलब मॉलिक्यूलैरिटी नाम की कोई चीज एग्जिस्ट ही नहीं कर रही, ठीक है। तो मॉलिक्यूलैरिटी कदे भी जीरो ਆਪਾਂ नहीं कह सकते। ओके बेटा, नैक्सट की है अपने कोले कि जिहड़ा ऑर्डर आ, हुण देखो तुसी बहुत सारी रिएक्शंस ਇਹੋ ਜਿਹੀਆਂ ਨੇ ਜਿੱਥੇ ਆਪਣੇ ਕੋਲੇ ਆਰਡਰ ਸੇਮ ਆ ਵੀ ਰਿਹਾ ਤੇ ਕਈ ਵਾਰ ਆਪਣੇ ਕੋਲ ਪਾਵਰਸ ਸੇਮ ਨਹੀਂ ਆਉਂਦੀਆਂ, ਉਹ ਪਾਵਰਸ ਨਹੀਂ ਸੇਮ ਆ ਰਹੀ, ਉਹ ਚੀਜ਼ ਨੂੰ ਆਪਾਂ ਥਿਓਰੈਟਿਕਲੀ ਨਹੀਂ ਜੱਜ ਕਰ ਸਕਦੇ, ਠੀਕ ਹੈ। ਤੇ ਕਿਸੇ ਵੀ ਰਿਐਕਸ਼ਨ ਦਾ ਜਿਹੜਾ ਆਰਡਰ ਹੁੰਦਾਗਾ ਉਹ ਹਮੇਸ਼ਾ ਆਪਾਂ ਐਕਸਪੈਰੀਮੈਂਟਲੀ ਹੀ ਕੈਲਕੂਲੇਟ ਕਰਕੇ ਦੇਖਾਂਗੇ, ਠੀਕ ਹੈ। ਥਿਓਰੈਟਿਕਲੀ ਆਪਾਂ ਕੋਈ ਜੱਜਮੈਂਟ ਨਹੀਂ ਕਰ ਸਕਦੇ ਹੈਗੇ ਕਿ ਰਿਐਕਸ਼ਨ ਨੂੰ ਦੇਖ ਕੇ ਆਪਾਂ ਥਿਓਰੈਟਿਕਲੀ ਕਹਿ ਦਈਏ ਕਿ ਇਹ ਰਿਐਕਸ਼ਨ ਦਾ ਜੀ ਇੰਨਾ ਆਰਡਰ ਆ, ਠੀਕ ਹੈ। ਤਾਂ ਐਕਸਪੈਰੀਮੈਂਟਲੀ ਹੋ ਸਕਦਾ ਜ਼ੀਰੋ ਆਰਡਰ ਦੀ ਰਿਐਕਸ਼ਨ ਹੋਵੇ, ਹੋ ਸਕਦਾ फ्रैक्शनल ऑर्डर की रिएक्शन हो, ठीक है। बट मॉलिक्यूलैरिटी दे विच आपां जस्ट नंबर ऑफ रिएक्टेंट्स नू काउंट करके देख लांगे, ठीक है। अगर एक रिएक्टेंट है, 2 रिएक्टेंट ने, या 3 रिएक्टेंट ने, उस हिसाब नाल आपां कह दांगे भी यूनीमॉलिक्यूलर है, बाईमॉलिक्यूलर है, या फिर ट्राईमॉलिक्यूलर है, ठीक है। जे रिएक्टेंट अपने कोल इस तो वध रहे ने फिर आपां की कहांगे कि रिएक्शन स्टैप बाय स्टैप हुंदी है, जो कॉम्पलैक्स रिएक्शन है, तो हर एक स्टैप की अपनी मॉलिक्यूलैरिटी है, ठीक है। मतलब मॉलिक्यूलैरिटी नूं आपां थ्योरैटिकली जज कर सकते हैं, ठीक है राजे। कुछ हद तक आपां मॉलिक्यूलैरिटी नूं थ्योरैटिकली फॉर्म कर सकते हैं। हुण ऑर्डर की हैगा, चाहे अपने कोले एलीमेंटरी रिएक्शन आ, चाहे अपने कोल एलीमेंटरी रिएक्शन आ, ते चाहे अपने कोल की है कॉम्पलैक्स रिएक्शन आ, ते जिहड़ा ऑर्डर हुंदा किसी भी रिएक्शन दा की रहिंदा सेम रहिंदा, ठीक है। बट इन केस ऑफ मॉलिक्यूलैरिटी बहुत इंपॉर्टेंट चीज आ, जेदा रिएक्शन हैगी आ एलीमेंटरी, एलीमेंटरी दा मतलब की होया अगर रिएक्शन अपने कोले इक्को ही स्टैप दे विच हो रही आ, ठीक है, तां अपने कोले मॉलिक्यूलैरिटी की होनी आ सेम होनी आ। अगर अपने कोल रिएक्शन की है कॉम्पलैक्स आ, इफ वी हैव द कॉम्पलैक्स रिएक्शन देन each step has its own molecularity, each step has its own molecularity, each step has its own molecularity। ओके बेटा, क्लियर है। तो ये सी पुत्र अपने को डिफरेंस ऑर्डर दा, ऑर्डर एंड मॉलिक्यूलैरिटी, ठीक है जी। तो 5 पॉइंट्स ने बहुत इंपॉर्टेंट ने बेटा, थ्योरैटिकली थोनू अगे कॉम्पीटेटिव एग्जाम अगर तुसी क्लीयर करने ने तो चीज़ां थोनू बेसिक थिंग्स क्लीयर होनी चाहिए ने, ठीक है। उस तो बाद ही आपां नैक्सट टॉपिक स्टार्ट करांगे जिथे इन्हां दे डेरिवेशंस आउणगियां, इंटीग्रेटेड रेट एक्सप्रैशन फॉर फर्स्ट ऑर्डर सैकेंड ऑर्डर, ठीक है। मैं क्या सीगा अगर तुहानू तुसी ये चैप्टर दे विच न्यूमेरिकल्स करने ने, ठीक है, या फिर तुसी थ्योरी दा कोई भी क्वेश्चन करना तो उहदे लई तुहानू सब तो पहला तो थ्योरैटिकली कॉन्सैप्ट क्लीयर होना चाहिए, फिर ही तुसी उहदे डेरिवेशंस ते न्यूमेरिकल्स कर सकदे हो। हुण आपां अगे फॉर्मूले ड्राइव करने ने फर्स्ट ऑर्डर सैकेंड ऑर्डर दे, उहदे बेस ते न्यूमेरिकल करांगे, तो उहदे लई पहला तुहानू ऑर्डर बारे फुल फ्लैज क्लीयर होना चाहिए। ओके, तो स्टूडेंट्स अपने को मॉलिक्यूलैरिटी का कॉन्सैप्ट कंप्लीट होया, ठीक है। इन्हू प्रॉपर तुसी नोट्स बनाने ने, अच्छी तरह वीडियो नू देखना, वॉच करना बेटा, ते वीडियो नू वध तो वध लाइक करो, शेयर करो, ठीक है। ते साइंस ग्रिप ते चैनल नू सबसक्राइब करो तां जो तुहानू आउण वालियां सारी वीडियोस दी नोटिफिकेशन टाइम टू टाइम मिलती रहे। ओके स्टूडेंट्स, थैंक यू बेटा।